ਤੋਂ 20-25 ਦਿਨ ਪਹਿਲਾਂ ਮੈਂ ਇੱਥੇ ਆਪਣੇ ਫਾਰਮ 'ਚ ਬੈੱਡ ਲਾ ਕੇ ਸੈਂਟਰ ਸ਼ੁਰੂ ਕਰਿਆ। ਨੰਬਰ ਇੱਕ ਟੋਲ ਫ੍ਰੀ ਅਸੀਂ 9501287100 ਜਾਰੀ ਕਰਿਆ ਹੋਇਆ। ਕੋਈ ਵੀ ਪੇਸ਼ੈਂਟ ਕਿਤੇ ਵੀ ਆ ਜੇ ਕਾਲ ਕਰਦੇ, ਸਾਡੀ ਐਂਬੂਲੈਂਸ ਉਹਨੂੰ ਲੈ ਕੇ ਇੱਥੇ ਆਉਂਦੀ ਆ। ਕੁਝ ਪੇਸ਼ੈਂਟ ਜਿਹੜੇ ਘਰਾਂ 'ਚ ਰਹਿ ਰਹੇ ਆ ਉਹਨਾਂ ਨੂੰ ਵੀ ਇੱਥੋਂ ਦਵਾਈਆਂ ਵਗੈਰਾ। ਜਦੋਂ ਕੋਈ ਪੇਸ਼ੈਂਟ ਠੀਕ ਹੋ ਕੇ ਜਾਂਦਾ ਨਾ ਜੀ, ਜਿਹੜੀ ਖੁਸ਼ੀ ਦਿਲ ਤੋਂ ਹੁੰਦੀ ਆ ਨਾ ਜੀ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਨਾ ਖਰੀਦਿਆ ਜਾ ਸਕਦਾ। ਖਾਲਸਾ ਏਡ ਹੈਗੀ ਹੈ, ਉਹਨਾਂ ਨੇ ਸਾਨੂੰ ਵਿਚਾਰਿਆਂ ਨੇ ਦਿੱਲੀ ਤੋਂ ਉਹਨਾਂ ਨੇ ਆਪ ਅਖਬਾਰਾਂ 'ਚ ਪੜ੍ਹ ਕੇ ਅਵਤਾਰਤੀਆਂ ਸਾਡੇ ਜਾਣਕਾਰ 12 ਕੰਸਨਟਰੇਟਰ ਜਿਹੜੇ ਉਹਨਾਂ ਨੇ ਇੱਥੇ ਦਾਨ ਕਰੇ, ਜਿਹਦੇ ਨਾਲ 80% ਮਰੀਜ਼ ਤਾਂ ਸਾਈਕੋਲੋਜੀਕਲ ਮਰੀਜ਼, ਮਤਲਬ ਇੱਕ ਪੇਸ਼ੈਂਟ ਦੇ ਸਾਹਮਣੇ ਜੇ ਡਾਕਟਰ ਬੈਠਿਆ ਹੀ ਰਹੇ ਨਾ, ਇੰਨੇ ਨਾਲ ਹੀ ਉਹ ਪੇਸ਼ੈਂਟ ਬਚ ਜਾਂਦਾ ਸ਼ੁਰੂ 'ਚ, ਜੇ ਉਹਨੂੰ ਉਮੀਦ ਹੋਵੇ ਵੀ ਇਹ ਮੈਨੂੰ ਬਚਾ ਲਵੇ। ਜਿਹੜਾ ਥਰਡ ਵੇਵ ਆਉਣੇ ਵਾਲੀ ਆ ਉਹਦੀ ਕੋਈ ਤਿਆਰੀ ਕਰ ਰਹੇ ਆ। ਕਿੰਨੇ ਕੁ ਆਕਸੀਜਨ ਪਲਾਂਟ ਲਾਤੇ, ਕਿੰਨੇ ਕੁ ਵੈਂਟੀਲੇਟਰ। ਮੇਰੇ ਜ਼ਿਲ੍ਹੇ 'ਚ ਇੱਕ ਵੀ ਵੈਂਟੀਲੇਟਰ ਕਰੋਨਾ ਪੇਸ਼ੈਂਟ ਵਾਸਤੇ ਫੰਕਸ਼ਨਲ ਨਹੀਂ, ਸਿੰਗਲ। ਨਹੀਂ, ਮੈਂ ਦੱਸਾਂ ਲੋਕਾਂ ਨੂੰ ਮਰਨ ਵਾਸਤੇ ਛੱਡ ਦਿਆ ਸਰਕਾਰ ਨੇ, ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ। ਬੜੇ ਦੁਖੀ ਦਿਲ ਨਾਲ ਕਹਿ ਰਿਹਾ, ਮੈਂ ਕੋਈ ਰਾਜਨੀਤੀ ਗੱਲ ਨਹੀਂ ਕਰ। ਡੇਰਾਬੱਸੀ ਵਿਖੇ ਐਨ.ਕੇ. ਸ਼ਰਮਾ ਫਾਰਮ ਹਾਊਸ ਅਸੀਂ ਮੌਜੂਦ ਹਾਂ ਤੇ ਜਾਣਕਾਰੀ ਲਈ ਦੱਸ ਦਈਏ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਜੀ ਨੇ ਜਿਹੜਾ ਆਪਣਾ ਫਾਰਮ ਹਾਊਸ ਸੀ ਉਸ ਨੂੰ ਕੋਵਿਡ ਕੇਅਰ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਹਾਲ ਹੀ ਦੇ ਵਿੱਚ ਤਬਦੀਲ ਕੀਤਾ ਗਿਆ ਸੀਗਾ ਤੇ ਜਿਹੜਾ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ, 100+ ਬੈੱਡਸ ਦੀ ਜਿਹੜੀ ਇੱਥੇ ਜਿਹੜੀ ਕਪੈਸਿਟੀ ਰੱਖੀ ਗਈ ਹੈ ਕੋਵਿਡ ਕੇਅਰ ਸੈਂਟਰ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਗਈਆਂ ਨੇ ਐਨ.ਕੇ. ਸ਼ਰਮਾ ਜੀ ਦੀ ਟੀਮ ਵੱਲੋਂ। ਤੇ ਕੋਵਿਡ ਪੇਸ਼ੈਂਟਸ ਨੂੰ ਇੱਥੇ ਦਾਖਲ ਕੀਤਾ ਜਾਂਦਾ ਤੇ ਉਹਨਾਂ ਦਾ ਫ੍ਰੀ ਇਲਾਜ ਤੇ ਨਾਲ ਫ੍ਰੀ ਜਿਹੜਾ ਹੈਗਾ ਉਹਨਾਂ ਲਈ ਖਾਣਾ ਜਿਹੜਾ ਹੈ ਉਹ ਇੱਥੇ ਪ੍ਰੋਵਾਈਡ ਕਰਵਾਇਆ ਜਾਂਦਾ ਉਹਨਾਂ ਨੂੰ। ਸੋ ਕੋਵਿਡ ਪੇਸ਼ੈਂਟਸ ਜਿਹੜੇ ਭਰਤੀ ਹੋਏ ਨੇ, ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਦਾਖਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦਵਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ। ਡਾਕਟਰਾਂ ਦੀ ਟੀਮ ਪ੍ਰੋਪਰ ਜਿਹੜੀ ਹੈਗੀ ਹੈ ਉਹ ਹਰ ਟਾਈਮ ਜਿਹੜੀ ਹੈਗੀ ਪੇਸ਼ੈਂਟਸ ਦੀ ਦੇਖਭਾਲ ਲਈ ਇੱਥੇ ਹੈ। ਤੇ ਇਹ ਜਿਹੜਾ ਪੈਲੇਸ ਸੀ, ਇੱਕ ਫਾਰਮ ਹਾਊਸ ਸੀ, ਸੋ ਇਸ ਨੂੰ ਐਨ.ਕੇ. ਸ਼ਰਮਾ ਜੀ ਨੇ, ਕਿਉਂਕਿ ਮਹਾਮਾਰੀ ਦੇ ਚੱਲਦੇ ਸੈਕਿੰਡ ਵੇਵ ਦੇ ਵਿੱਚ ਜਿਹੜੇ ਜਿਸ ਤਰੀਕੇ ਦੇ ਨਾਲ ਕ੍ਰਾਈਸਿਸ ਆਇਆ, ਆਕਸੀਜਨ ਦਾ ਕ੍ਰਾਈਸਿਸ ਆਇਆ ਤੇ ਹਸਪਤਾਲਾਂ 'ਚ ਜਗ੍ਹਾ ਮਿਲਣੋਂ ਜਿਹੜੀ ਸੀਗੀ ਉਹ ਜਗ੍ਹਾ ਮਿਲਣੀ ਇੱਕ ਚੁਣੌਤੀ ਬਣ ਗਈ ਸੀਗੀ ਆਮ ਪੇਸ਼ੈਂਟਸ ਲਈ ਜੇ ਗੱਲ ਕਰੀਏ ਤਾਂ। ਸੋ ਉਹਦੇ ਚੱਲਦੇ ਇਹ ਜਿਹੜਾ ਇੱਕ ਸਟੈਪ ਇਹਨਾਂ ਵੱਲੋਂ ਚੱਕਿਆ ਗਿਆ ਤੇ ਕੋਵਿਡ ਪੇਸ਼ੈਂਟਸ ਲਈ ਇੱਕ ਫ੍ਰੀ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਗਿਆ। ਸੋ ਕੀ ਹੈ ਇਸ ਕੋਵਿਡ ਕੇਅਰ ਸੈਂਟਰ ਦੇ ਵਿੱਚ, ਸੋ ਡਾਕਟਰ ਸਾਹਿਬ ਸਾਡੇ ਨਾਲ ਜੋ ਇੱਥੇ ਸਾਰਾ ਦੇਖ ਰੇਖ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਵਾਗਤ ਹੈ ਜੀ। ਨਮਸਕਾਰ ਜੀ। ਤੁਸੀਂ ਦੱਸੋ ਜੀ, ਜਿਹੜਾ ਬਣਾਇਆ ਗਿਆ ਸੀ ਕੋਵਿਡ ਕੇਅਰ ਸੈਂਟਰ, ਕਿੰਨੇ ਬੈड्स ਦੀ ਫੈਸਿਲਿਟੀ ਹੈ ਤੇ ऑक्सीजन बेड्स कितने हैं, ਉਹਦੇ ਬਾਰੇ ਦੱਸੋ ਜੀ। ठीक है जी, मैं डॉक्टर सागर जोशी, मैं MBBS हूँ और हमारे पास 100 बेडेड फैसिलिटी है, जिसमें से 30 हमारे पास ऑक्सीजन वाले बेड्स हैं इंक्लूडिंग कंसनट्रेटर, और हम माइल्ड टू मॉडरेट पेशेंट्स रख रहे हैं अपने पास जिनका ऑक्सीजन लेवल 90 से अबव है। और इन केस अगर कोई पेशेंट को ज़्यादा हाई फ्लो ऑक्सीजन की नीड पड़ती है तो उसको हम 6 फेस मोहाली रेफर कर रहे हैं ਜੀ। ਸੋ 100 ਬੈੱਡ ਦੀ ਤੁਸੀਂ ਗੱਲ ਕੀਤੀ ਹੈ, ਇਸ ਟਾਈਮ ਕਿੰਨੇ ਪੇਸ਼ੈਂਟਸ ਦਾਖਲ ਨੇ, ਮਤਲਬ ਕਿੰਨੇ ਬੈੱड्स ਜਿਹੜੇ ਆਕਿਊਪਾਈਡ ਨੇ? अभी हमारे पास 40 से 50 के आसपास पेशेंट्स हैं, जिसमें ऑलमोस्ट सारे ही पेशेंट हमारे स्टेबल हैं। और अगर किसी को कोई भी किसी भी तरह की एम्बुलेंस सर्विस चाहिए, फूड फ्री है हमारा, एम्बुलेंस सर्विस फ्री है। ट्राई सिटी में या अम्बाला भी कहीं भी जाना है, किसी भी हॉस्पिटल में रेफ़र होना चाहता है पेशेंट, तो फ्री एम्बुलेंस सर्विस हमारी है, फ्री फूड है, फ्री मेडिकल फैसिलिटी है, फ्री मेडिसिन हैं, और सारे तरह की कोई भी फैसिलिटी जो पेशेंट चाहता है तो हम वो सारा कुछ फ्री ऑफ कॉस्ट यहाँ पेशेंट को प्रोवाइड कर रहे हैं। ਕਿਵੇਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ, ਕਿਸ ਤਰੀਕੇ ਦਾ ਟ੍ਰੀਟਮੈਂਟ ਕੀਤਾ ਜਾਂਦਾ? ठीक है, एक्चुअली जो भी ट्रीटमेंट हम फॉलो कर रहे हैं अपने सेंटर पे वो गवर्नमेंट ऑफ इंडिया की जो एम्स की गाइडलाइंस है उसके अकॉर्डिंग यहाँ पर ट्रीटमेंट प्रोटोकॉल फॉलो हो रहा है। और जो भी हमें लगता है कि कोई पेशेंट ज़्यादा डिटीरिएट कर रहा है, जिसकी सैचुरेशन 90 से नीचे हो जाती है और ऑक्सीजन पे भी सपोर्ट नहीं कर पा रहा, तो उस पेशेंट्स को हम यहाँ से रेफर करते हैं आगे। ਠੀਕ ਹੈ ਜੀ, ਥੈਂਕ ਯੂ ਜੀ। ਸੋ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਸੀਗੇ, ਇਹਨਾਂ ਨੇ ਜਾਣਕਾਰੀ ਦਿੱਤੀ ਹੈ ਜੋ ਕੋਵਿਡ ਕੇਅਰ ਸੈਂਟਰ ਹੈ 100 ਬੈਡਡ ਫੈਸਿਲਿਟੀ ਵਾਲਾ ਕੋਵਿਡ ਕੇਅਰ ਸੈਂਟਰ ਹੈ। ਲੈਵਲ 1 ਦਾ ਜਿਹੜਾ ਇਹ ਬਣਾਇਆ ਗਿਆ ਕੋਵਿਡ ਕੇਅਰ ਸੈਂਟਰ ਤੇ ਹਰ ਤਰ੍ਹਾਂ
ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਸੋ ਟਰਾਈ ਸਿਟੀ ਵਿੱਚ ਇਹਨਾਂ ਨੇ ਦੱਸਿਆ ਕਿ ਕੋਈ ਵੀ ਪੇਸ਼ੈਂਟਸ ਨੇ ਜੋ, ਸੋ ਉਹਨਾਂ ਨੂੰ ਜੇ ਕੋਈ ਵੀ ਕੋਵਿਡ ਦੇ ਚੱਲਦੇ ਕੋਈ ਦਿੱਕਤ ਆਉਂਦੀ ਹੈ, ਸੋ ਉਹਨਾਂ ਨੂੰ ਉੱਥੋਂ ਵੀ ਜਿਹੜਾ ਹੈਗਾ ਸ਼ਿਫਟ ਕੀਤਾ ਜਾਂਦਾ ਹੈ ਉਹਨਾਂ ਦੇ ਘਰ ਤੋਂ ਵੀ ਐਂਬੂਲੈਂਸ ਦੇ ਜ਼ਰੀਏ ਹਸਪੀਟਲ ਦੇ ਵਿੱਚ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਟ੍ਰੀਟਮੈਂਟ ਵੀ ਕਿਤੇ ਨਾ ਕਿਤੇ ਲੋਕਾਂ ਦਾ ਚੱਲ ਰਿਹਾ ਹੈਗਾ। ਆਕਸੀਜਨ ਕੰਸਨਟ੍ਰੇਟਰਸ ਵੀ ਜਿਹੜੇ ਅੰਦਰ ਰੱਖੇ ਹੋਏ ਨੇ। 100 ਵਿੱਚੋਂ ਤਕਰੀਬਨ 30 ਜਿਹੜੇ ਬੈੱਡਸ ਨੇ ਉਹਨਾਂ ਤੇ ਆਕਸੀਜਨ ਦਾ ਪ੍ਰਬੰਧ ਲਗਾਇਆ ਗਿਆ ਹੈ। ਸੋ ਸੈਚੂਰੇਸ਼ਨ, ਜਿਨ੍ਹਾਂ ਦੀ ਆਕਸੀਜਨ ਸੈਚੂਰੇਸ਼ਨ ਲੋ ਹੁੰਦੀ ਹੈ, ਸੋ ਉਹਨਾਂ ਦੇ ਲਈ ਇਹ ਜਿਹੜੀ ਫੈਸਿਲਿਟੀ ਹੈਗੀ ਹੈ ਇਹ ਪ੍ਰੋਵਾਈਡ ਕੀਤੀ ਗਈ ਹੈ। ਨਾਲ ਨਾਲ ਜਿਹੜਾ ਟ੍ਰੀਟਮੈਂਟ ਹੈ ਜਾਂ ਦਵਾਈਆਂ ਦਾ ਖਰਚਾ ਤੇ ਫੂਡ ਦਾ ਜਿਹੜਾ ਖਰਚਾ ਹੈਗਾ ਉਹ ਸਾਰਾ ਐਨਕੇ ਸ਼ਰਮਾ ਦੀ ਟੀਮ ਚੱਕ ਰਹੀ ਹੈ ਇਹਨਾਂ ਪੇਸ਼ੈਂਟਸ ਦੇ ਲਈ। ਸੇਵਾ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਕੋਵਿਡ ਕੇਅਰ ਸੈਂਟਰ ਜਿਹੜਾ ਸੀ, ਉਹ ਇੱਕ ਸ਼ੁਰੂ ਕੀਤਾ ਗਿਆ। ਇਹਨਾਂ ਦਾ ਜਿਹੜਾ ਨਿੱਜੀ ਫਾਰਮ ਹਾਊਸ ਸੀ ਉਸ ਨੂੰ ਤਬਦੀਲ ਕਰ ਦਿੱਤਾ ਗਿਆ ਕੋਵਿਡ ਕੇਅਰ ਸੈਂਟਰ ਦੇ ਵਿੱਚ। ਤੇ ਕਿਵੇਂ ਇਹਨਾਂ ਦੇ ਦਿਮਾਗ 'ਚ ਆਇਆ ਤੇ ਕੀ ਕੀ ਜਿਹੜੀ ਹੈਗੀ ਹੈ ਸੇਵਾ ਦੇ ਰੂਪ ਵਜੋਂ ਕੀ ਕੀ ਕਰ ਰਹੇ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਸ਼ਰਮਾ ਜੀ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ, ਥੈਂਕ ਯੂ। ਸ਼ਰਮਾ ਜੀ, ਦੱਸੋ ਕਿ ਕਿਵੇਂ ਇਹ ਤੁਹਾਡੇ ਜ਼ਿਹਨ 'ਚ ਕਿਵੇਂ ਆਇਆ ਜੋ ਸੈਕਿੰਡ ਵੇਵ ਦੇ ਚੱਲਦੇ ਜੋ ਕੁਝ ਹੋ ਰਿਹਾ ਸੀ, ਹਾਲਾਤ ਬਣੇ ਹੋਏ ਸੀਗੇ, ਸੋ ਕਿਵੇਂ ਜਿਹੜਾ ਫਾਰਮ ਹਾਊਸ ਨੂੰ ਤਬਦੀਲ ਕਰਨ ਦਾ ਆਈਡੀਆ ਆਇਆ? ਦੇਖੋ, ਜਿਹੜੀ ਕੋਵਿਡ ਬੜੀ ਭਿਆਨਕ ਬਿਮਾਰੀ ਆ, ਪੂਰੇ ਦੇਸ਼ ਨੂੰ ਇਸ ਨੇ ਆਪਣੀ ਚਪੇਟ 'ਚ ਲਿਆ ਹੋਇਆ। ਜਦੋਂ ਲਹਿਰ ਆਈ, ਬੜੇ ਪੇਸ਼ੈਂਟ ਪਿੰਡਾਂ 'ਚ ਸ਼ਹਿਰਾਂ 'ਚ ਦੇ ਅੰਦਰ ਆਏ, ਔਰ ਅਫਸੋਸ ਦੀ ਗੱਲ ਇਹ ਵੀ ਆ ਵੀ ਸਾਡੇ ਹਲਕੇ 'ਚ ਇੱਕ ਵੀ ਕੋਵਿਡ ਬੈੱਡ ਨਹੀਂ ਸੀ, ਸਿੰਗਲ। ਇਵਨ ਮੋਹਾਲੀ ਜ਼ਿਲ੍ਹੇ 'ਚ ਵੀ ਬਾਅਦ 'ਚ ਸਟਾਰਟ ਹੋਇਆ। ਤੇ ਪੇਸ਼ੈਂਟ ਪਿੰਡਾਂ 'ਚ ਮੈਨੂੰ ਫੋਨ ਕਰਦੇ ਸੀਗੇ ਵੀ ਇਲਾਜ ਕਿਸ ਤਰ੍ਹਾਂ ਕਰਵਾਈਏ। ਹੁਣ ਪ੍ਰਾਈਵੇਟ ਹਸਪਤਾਲਾਂ 'ਚ 25-30 ਤੋਂ ਲੈ ਕੇ 50-50, 60-60 ਹਜ਼ਾਰ, 1 ਲੱਖ ਰੁਪਈਆ ਪਰ ਡੇ ਦਾ ਜਿਹੜਾ ਚਾਰਜ ਕਰ ਰਹੇ। ਜਿਹੜੇ ਆਪਣੇ ਗਰੀਬ ਲੋਕ ਤਾਂ ਉੱਥੇ ਜਾ ਹੀ ਨਹੀਂ ਸਕਦੇ ਸੀਗੇ। ਆਕਸੀਜਨ ਦੀ ਬਹੁਤ ਵੱਡੀ ਕਿੱਲਤ ਆ ਗਈ। ਸੋ ਜਦੋਂ ਇਹ ਸਾਰਾ ਕੁਝ ਦੇਖਿਆ, ਫਿਰ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਸਾਡੇ ਪ੍ਰਧਾਨ ਸਾਹਿਬ ਦਾ ਵੀ ਹੁਕਮ ਆ ਵੀ ਆਪਾਂ ਸੇਵਾ ਕਰਨੀ ਆ ਲੋਕਾਂ ਦੀ ਸਾਰੇ ਪੰਜਾਬ 'ਚ। ਅੱਜ ਦੇਖੋ ਪਲਾਜ਼ਮਾ ਦਾਨ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈਗਾ। SGPC ਜਗ੍ਹਾ ਜਗ੍ਹਾ ਲੰਗਰ ਲਾ ਰਹੀ ਆ, ਆਈਸੋਲੇਸ਼ਨ ਸੈਂਟਰ ਕਰ ਰਹੀ ਆ। ਸੋ 20-25 ਦਿਨ ਪਹਿਲਾਂ ਮੈਂ ਇੱਥੇ ਆਪਣੇ ਫਾਰਮ 'ਚ ਬੈੱਡ ਲਾ ਕੇ ਸੈਂਟਰ ਸ਼ੁਰੂ ਕਰਿਆ। ਇੱਥੇ 10 ਡਾਕਟਰ ਹੈਗੇ ਆ, 15 ਨਰਸਾਂ ਹੈਗੀਆਂ, 45 ਬੰਦੇ ਦਾ ਸਟਾਫ ਆ। ਦਵਾਈਆਂ ਸਾਰੀਆਂ ਫ੍ਰੀ ਦੇਈ ਜਾਂਦੀਆਂ, ਖਾਣਾ ਪੀਣਾ ਫ੍ਰੀ ਹੈਗਾ। ਐਂਬੂਲੈਂਸ ਜਿਹੜੀ ਸਰਵਿਸ ਆ, ਨੰਬਰ ਇੱਕ ਟੋਲ ਫ੍ਰੀ ਅਸੀਂ 9501287100 ਜਾਰੀ ਕਰਿਆ ਹੋਇਆ। ਕੋਈ ਵੀ ਪੇਸ਼ੈਂਟ ਕਿਤੇ ਵੀ ਆ ਜੇ, ਕਾਲ ਕਰਦੇ, ਸਾਡੀ ਐਂਬੂਲੈਂਸ ਉਹਨੂੰ ਲੈ ਕੇ ਇੱਥੇ ਆਉਂਦੀ ਆ। ਇੱਥੇ ਟਰੀਟ ਕਰਦੇ ਆ, ਛੱਡ ਕੇ ਵੀ ਆਉਂਦੇ ਆ। ਜੇ ਕੋਈ ਸੀਰੀਅਸ ਹੋ ਜੇ ਤਾਂ ਉਹਨੂੰ ਅਗਲੇ ਸਰਕਾਰੀ ਹਸਪਤਾਲਾਂ 'ਚ ਸ਼ਿਫਟ ਕਰ ਦਿਆ ਜਾਂਦਾ ਹੈਗਾ। ਸੋ ਬੜੇ ਪੇਸ਼ੈਂਟ ਇੱਥੇ ਵਿਜ਼ਿਟ ਕਰੇ, ਬੜਿਆਂ ਨੇ ਫਾਇਦਾ ਕਰਿਆ। ਔਰ ਕੁਝ ਪੇਸ਼ੈਂਟ ਜਿਹੜੇ ਘਰਾਂ 'ਚ ਰਹਿ ਰਹੇ ਆ, ਉਹਨਾਂ ਨੂੰ ਵੀ ਇੱਥੋਂ ਦਵਾਈਆਂ ਵਗੈਰਾ, ਮੈਡੀਸਨ ਵਗੈਰਾ, ਕੰਸਲਟੇਂਸੀ ਜਿਹੜੀ ਆ ਉਹ ਵੀ ਫ੍ਰੀ 'ਚ ਜਿਹੜੀ ਦੇਈ ਜਾ ਰਹੀ ਹੈਗੀ। ਜੇ ਕੋਈ ਪੇਸ਼ੈਂਟ ਮਤਲਬ ਘਰ 'ਚ ਹੋਏ ਤੇ ਖਾਣਾ ਬਣਾਉਣ ਵਾਲਾ ਕੋਈ ਨਾ ਹੋਏ, ਉਹਦੇ ਘਰ ਖਾਣਾ ਵੀ ਅਸੀਂ ਇੱਥੋਂ ਜਿਹੜਾ ਪਹੁੰਚਾ ਰਹੇ ਹਾਂ। ਔਰ ਬੜੀ, ਤੁਸੀਂ ਦੇਖੋ ਵੀ ਜਦੋਂ ਕੋਈ ਪੇਸ਼ੈਂਟ ਠੀਕ ਹੋ ਕੇ ਜਾਂਦਾ ਨਾ ਜੀ, ਜਿਹੜੀ ਖੁਸ਼ੀ ਦਿਲ ਤੋਂ ਹੁੰਦੀ ਆ ਨਾ ਜੀ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਨਾ ਖਰੀਦਿਆ ਜਾ ਸਕਦਾ। ਸੋ ਬੜੀ ਖੁਸ਼ੀ ਹੁੰਦੀ ਆ ਜਦੋਂ ਇੱਥੇ ਹੱਸੀ ਲੋਕ ਜਾਂਦੇ ਆ। ਔਰ ਬੜੇ ਲੋਕ ਰੋਜ਼ ਤੁਸੀਂ ਦੇਖੋ ਵੀ 10-20 ਬੰਦੇ ਠੀਕ ਹੋ ਕੇ ਜਾ ਰਹੇ ਆ, 10-20 ਬੰਦੇ ਪੇਸ਼ੈਂਟ ਐਡਮਿਟ ਹੋ ਰਹੇ ਆ। ਤੁਸੀਂ ਜਿਵੇਂ ਗੱਲ ਕਰ ਰਹੇ ਸੀਗੇ ਜਿਹੜੀਆਂ ਡਾਕਟਰਸ ਦੀਆਂ, ਜਿਵੇਂ ਤੁਸੀਂ ਇੱਕ ਪ੍ਰੋਪਰ ਟੀਮ ਨੂੰ ਇੱਥੇ ਜਿਹੜਾ ਕੀਤਾ ਹੋਇਆ, ਇੱਥੇ ਲਾਇਆ ਗਿਆ, ਸੋ ਸਾਰੇ ਜਿਹੜੀ ਤੁਹਾਡੀ ਟੀਮ ਹੈਗੀ ਹੈ, ਸੋ ਉਹਨਾਂ ਨਾਲ ਕਿਵੇਂ ਗੱਲਬਾਤ ਕੀਤੀ? ਕਿੱਥੋਂ ਜਿਹੜੇ ਬੰਦੇ ਲਿਆਂਦੇ ਗਏ ਸਾਰੇ ਸੈਂਟਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ? ਇਹ ਪ੍ਰਮਾਤਮਾ ਦੀ ਕਿਰਪਾ। ਦੇਖੋ, ਸ਼ੁਰੂ 'ਚ ਬੜੀਆਂ ਪ੍ਰੋਬਲਮ ਆਈਆਂ। ਆਕਸੀਜਨ ਦੀ ਪ੍ਰੋਬਲਮ ਆਈ, ਸਰਕਾਰ ਦਾ ਸਹਿਯੋਗ ਨਹੀਂ ਮਿਲਿਆ। ਫਿਰ ਡਾਕਟਰਾਂ ਦੀ ਪ੍ਰੋਬਲਮ ਆਈ, ਸੰਸਥਾਵਾਂ ਦੀ। ਜਦੋਂ ਇਹ ਕੰਮ ਸ਼ੁਰੂ ਹੋਇਆ, ਅਸੀਂ ਅਖਬਾਰਾਂ 'ਚ ਦੇ ਕੇ ਡਾਕਟਰ ਰੱਖੇ, ਨਰਸਿਸ ਰੱਖੇ, ਉਸ ਤੋਂ ਬਾਅਦ ਕੁਝ ਛੱਡ ਵੀ ਗਏ। ਪਰ ਫਿਰ ਬਹੁਤ ਸਾਰੀਆਂ ਜਿਹੜੀਆਂ ਰਿਲੀਜੀਅਸ, ਧਾਰਮਿਕ, ਦੂਸਰੀਆਂ ਆਰਗੇਨਾਈਜੇਸ਼ਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਜਿਸ ਤਰ੍ਹਾਂ ਖਾਲਸਾ ਏਡ ਹੈਗੀ ਹੈ, ਉਹਨਾਂ ਨੇ ਸਾਨੂੰ ਵਿਚਾਰਿਆਂ ਨੇ ਦਿੱਲੀ ਤੋਂ, ਉਹਨਾਂ ਨੇ ਆਪ ਅਖਬਾਰਾਂ 'ਚ ਪੜ੍ਹ ਕੇ, ਅਵਤਾਰ ਜੀਆਂ ਸਾਡੇ ਜਾਣਕਾਰ, 12 ਕੰਸਨਟਰੇਟਰ ਜਿਹੜੇ ਉਹਨਾਂ ਨੇ ਇੱਥੇ ਦਾਨ ਕਰੇ, ਜਿਹਦੇ ਨਾਲ ਸਾਡਾ ਕੰਮ ਸਟੇਬਲ ਹੋ ਗਿਆ। 20-25 ਸਿਲੰਡਰ ਇੱਧਰ ਉੱਧਰ ਤੋਂ ਜਿਨ੍ਹਾਂ ਦੇ ਘਰਾਂ 'ਚ ਪਏ ਸੀਗੇ ਲੋਕਾਂ ਦੇ। ਤੁਸੀਂ ਦੇਖੋ ਨਾ ਵੀ ਜਦੋਂ ਆਕਸੀਜਨ ਦੀ ਪ੍ਰੋਬਲਮ ਆਈ ਤਾਂ ਰੌਲਾ ਪੈ ਗਿਆ ਵੀ ਇਹਦੀ ਸ਼ਾਰਟੇਜ ਹੈ ਜੀ, ਸ਼ਾਰਟੇਜ। ਬਹੁਤ ਲੋਕਾਂ ਨੇ ਆਪਣੇ ਘਰਾਂ 'ਚ ਸਿਲੰਡਰ ਰੱਖ ਲਏ। ਜਦੋਂ ਉਹਨਾਂ ਨੂੰ ਇੱਥੇ ਸਿਕਿਉਰਿਟੀ ਹੋ ਗਈ ਵੀ ਸਾਡੇ ਘਰ 'ਚ ਹੀ ਹਸਪਤਾਲ ਖੋਲ੍ਹ ਗਿਆ, ਤਾਂ ਲੋਕਾਂ ਨੇ ਆਪਣੇ ਘਰਾਂ ਤੋਂ ਲਿਆਣ ਕੇ ਇੱਥੇ ਸਿਲੰਡਰ ਸਾਨੂੰ ਦਿੱਤੇ। ਸ਼ੁਰੂ 'ਚ ਅਸੀਂ ਬੱਦੀ ਵੀ ਭਰਵਾ ਕੇ ਲਿਆਏ, ਹਰਿਆਣੇ 'ਚ ਵੀ ਭਰਵਾ ਕੇ ਲਿਆਏ। ਚਲੋ ਹੁਣ ਪੰਜਾਬ 'ਚ ਵੀ ਸਾਨੂੰ ਜਿਹੜੇ ਉਹ ਸਿਲੰਡਰ ਮਿਲ ਗਏ। ਫਿਰ ਇੱਕ ਸੰਸਥਾ ਹੈਗੀ ਆ ਜੀਨਾ ਸਿੱਖੋ, ਉਹਨਾਂ ਦੇ ਮੁਕੇਸ਼ ਆਚਾਰੀਆ ਜੀ ਆ, ਉਹ ਸਾਡੇ ਕੋਲ ਆਏ।
ਉਹਨਾਂ ਨੇ ਸਾਨੂੰ ਆਯੁਰਵੈਦਿਕ 'ਚ 6 ਡਾਕਟਰ ਦਿੱਤੇ, ਨਰਸੇ ਦਿੱਤੀਆਂ, ਉਹਨਾਂ ਨੇ ਜੜੀਆਂ ਬੂਟੀਆਂ ਵੀ ਦਈਆਂ, ਜਿਹੜੀ ਅਸੀਂ ਕਾੜੇ ਦੇ ਰੂਪ 'ਚ 3 ਟਾਈਮ ਪੇਸ਼ੈਂਟਾਂ ਨੂੰ ਪਿਲਾਉਂਦੇ ਆ। ਫਿਰ ਬਹੁਤ ਸਾਰੇ ਲੋਕ ਇੱਥੇ ਨਾਰੀਅਲ ਦੇਣ ਆ ਰਹੇ ਆ, ਨਾਰੀਅਲ ਪਾਣੀ ਦੇ ਕੇ ਜਾਂਦੇ ਆ, ਕੋਈ ਫਰੂਟੀ ਦੇ ਕੇ ਜਾਂਦਾ ਆ, ਕੋਈ ਦਵਾਈ ਦੇ ਕੇ ਜਾਂਦਾ ਹੈਗਾ, ਕੋਈ ਪੈਸੇ ਦੇ ਰੂਪ 'ਚ ਮਦਦ ਕਰਦਾ ਹੈਗਾ। ਸੋ ਹੁਣ ਪ੍ਰਮਾਤਮਾ ਦੀ ਐਡੀ ਬਖਸ਼ਿਸ਼ ਆ, ਔਰ ਇੱਥੇ ਜਿੰਨੇ ਪੇਸ਼ੈਂਟ ਆ, ਇੱਕ ਫੈਮਿਲੀ ਵਰਗਾ ਮਾਹੌਲ ਹੈਗਾ। ਪਿੱਛੇ 5 ਏਕੜ ਜ਼ਮੀਨ ਦਾ ਲੋਨ ਹੈਗਾ। ਸਵੇਰੇ ਉੱਠ ਕੇ ਮਾੜਾ ਮੋਟਾ ਲਾਈਟ ਜਿਹਾ ਯੋਗਾ ਕਰ ਲੈਂਦੇ ਆ ਪੇਸ਼ੈਂਟ, ਘੁੰਮ ਲੈਂਦੇ ਆ, ਉਹਨਾਂ ਨੂੰ ਆਕਸੀਜਨ ਮਿਲਦੀ ਆ, ਡਾਕਟਰ ਉਹਨਾਂ ਨੂੰ ਗਾਈਡ ਕਰਦੇ ਆ, ਮੈਡੀਟੇਸ਼ਨ ਉਹਨਾਂ ਨੂੰ ਕਰਾਉਂਦੇ ਆ। ਦਿਮਾਗੀ ਤੌਰ 'ਤੇ ਜਿਹੜਾ ਸਾਈਕੋਲੋਜੀਕਲ ਇਫੈਕਟ ਆ ਨਾ, ਅਸਲ 'ਚ ਕਰੋਨਾ ਮੈਂ ਦੇਖਿਆ ਵੀ 80% ਮਰੀਜ਼ ਤਾਂ ਸਾਈਕੋਲੋਜੀਕਲ ਮਰੀਜ਼ ਆ। ਮਤਲਬ ਇੱਕ ਪੇਸ਼ੈਂਟ ਦੇ ਸਾਹਮਣੇ ਜੇ ਡਾਕਟਰ ਬੈਠਿਆ ਹੀ ਰਹੇ ਨਾ, ਇੰਨੇ ਨਾਲ ਹੀ ਉਹ ਪੇਸ਼ੈਂਟ ਬਚ ਜਾਂਦਾ ਸ਼ੁਰੂ 'ਚ, ਜੇ ਉਹਨੂੰ ਉਮੀਦ ਹੋਏ ਵੀ ਇਹ ਮੈਨੂੰ ਬਚਾ ਲਊਗਾ। ਸੋ ਇੱਥੇ ਸਾਈਕੋਲੋਜੀਕਲ ਇਫੈਕਟ ਵੀ, ਫਿਰ ਹਰ ਦਵਾਈ ਮੈਡੀਸਨ ਜਿਹੜੀਆਂ ਲਿਖ ਕੇ ਇੱਥੇ ਪੂਰਾ ਇੱਕ ਕੈਮਿਸਟ ਸ਼ੌਪ ਟਾਈਪ ਆਪਾਂ ਪੂਰਾ ਉਹ ਬਣਾਈ ਹੋਈ ਆ, ਜਿੱਥੇ ਸਾਰੀਆਂ ਦਵਾਈਆਂ, ਗਲੂਕੋਜ਼, ਦੂਸਰੀਆਂ ਸਾਰੀਆਂ ਦਵਾਈਆਂ ਅਸੀਂ ਰੱਖੀ ਹੋਈਆਂ। ਪੇਸ਼ੈਂਟ ਨੂੰ ਸਵੇਰੇ 6 ਵਜੇ ਤੋਂ ਅਸੀਂ ਹੈਲਦੀ ਡਾਈਟ, ਯਾਨੀ ਐਨਰਜੀ ਵਾਲੀ ਡਾਈਟ ਜਿਹੜੇ ਦਿੰਦੇ ਆ, ਜਿਸ ਤਰ੍ਹਾਂ ਡਾਕਟਰ ਗਾਈਡ ਕਰਦੇ ਆ, ਜਿਸ ਤਰ੍ਹਾਂ ਸਵੇਰੇ ਮੰਨ ਲਓ ਲਾਈਟ ਬ੍ਰੇਕਫਾਸਟ ਦੇ ਕੇ, ਫਿਰ ਨਾਰੀਅਲ ਪਾਣੀ, ਨਿੰਬੂ ਪਾਣੀ, ਉਸ ਤੋਂ ਬਾਅਦ ਬ੍ਰੇਕਫਾਸਟ, ਫਿਰ ਨਾਰੀਅਲ ਪਾਣੀ, ਫਿਰ ਸੂਪ, ਫਿਰ ਲੰਚ, ਉਸ ਤੋਂ ਬਾਅਦ ਫਿਰ ਨਾਰੀਅਲ ਪਾਣੀ, ਸੂਪ, ਜੂਸ, ਯਾਨੀ ਹਰ ਐਨਰਜੀ ਵਾਲੀਆਂ ਚੀਜ਼ਾਂ ਅਸੀਂ ਦਿੰਦੇ ਹਾਂ। ਔਰ ਪੇਸ਼ੈਂਟ ਜਿਹੜੇ 10-12 ਦਿਨਾਂ 'ਚ ਐਨ ਠੀਕ ਹੋ ਕੇ ਇੱਥੇ ਜਾ ਰਹੇ ਆ। ਪ੍ਰਮਾਤਮਾ ਨੇ ਬਹੁਤ ਵੱਡੀ ਸੇਵਾ ਸਾਡੀ ਟੀਮ ਤੋਂ ਜਿਹੜੀ ਲਈ ਆ। ਔਰ ਇੱਥੇ ਤੁਸੀਂ ਦੇਖੋ ਵੀ ਕਿੱਡੀ ਵੱਡੀ ਟੀਮ ਕੰਮ ਕਰ ਰਹੀ ਆ। ਕੋਈ ਸਿਲੰਡਰ ਲੈ ਕੇ ਆਉਂਦਾ ਹੈਗਾ, ਕੋਈ ਦਵਾਈਆਂ ਲੈਣ ਜਾਂਦਾ ਹੈਗਾ, ਕੋਈ ਐਂਬੂਲੈਂਸ ਦੀ ਸਰਵਿਸ ਕਰ ਰਿਹਾ, ਕੋਈ ਕੁਛ ਕਰ ਰਿਹਾ। ਅਲੱਗ-ਅਲੱਗ ਟੀਮਾਂ ਵੰਡ ਕੇ ਅਸੀਂ ਸਵੇਰ ਤੋਂ ਇਹ ਤਕਰੀਬਨ 20-25 ਦਿਨਾਂ ਤੋਂ ਲਗਾਤਾਰ ਇਹ ਸੈਂਟਰ ਚੱਲ ਰਿਹਾ। ਹੁਣ ਅਸੀਂ ਡੇਰਾਬੱਸੀ 'ਚ, ਅਸਲ 'ਚ ਬਹੁਤ ਪਿੰਡਾਂ 'ਚ ਮੈਂ ਗਿਆ, ਤੁਸੀਂ ਦੇਖੋ ਵੀ 2-2 ਕਮਰੇ ਹੁੰਦੇ ਆ, ਉੱਥੇ ਹੀ ਕਰੋਨਾ ਪੋਜ਼ੀਟਿਵ ਕੇਸ ਨਿਕਲ ਆਉਂਦਾ ਹੈਗਾ। ਜੇ ਉਹ ਉਸ ਘਰ 'ਚ ਰਹੂਗਾ ਤਾਂ ਕਰੋਨਾ ਅੱਗੇ ਫੈਲ ਜਾਣਾ। ਸੋ ਉਹਨਾਂ ਨੂੰ ਆਈਸੋਲੇਟ ਕਰਨਾ ਬਹੁਤ ਜ਼ਰੂਰੀ ਹੈ। ਕੋਈ ਝੋਪੜ ਪੱਟੀ ਆ, ਹੁਣ BR ਅੰਬੇਦਕਰ ਕਲੋਨੀ ਆ, ਉੱਥੋਂ ਇੱਕ ਪੇਸ਼ੈਂਟ ਨਿਕਲਿਆ, ਜੇ ਉਹ ਝੋਪੜੀ 'ਚ ਰਹੂਗਾ ਪੂਰੀ ਬਸਤੀ 'ਚ ਫੈਲ ਸਕਦਾ ਹੈਗਾ। ਸੋ ਮੇਰੇ ਹਲਕੇ 'ਚ ਸਰਕਾਰ ਦਾ ਕੋਈ ਵੀ ਬੈੱਡ ਨਹੀਂ ਸੀਗਾ, ਸੋ ਉਹਨਾਂ ਨੂੰ ਅਸੀਂ ਘਰਾਂ ਤੋਂ ਚੱਕ ਕੇ ਇੱਥੇ ਲਿਆਏ। ਉਹਦਾ ਫਾਇਦਾ ਇਹ ਹੋਇਆ ਵੀ ਜਿਹੜਾ ਕਰੋਨਾ ਹੁਣ ਢਕੌਲੀ 'ਚ ਤੁਸੀਂ ਦੇਖੋ ਵੀ ਇੱਕਦਮ 300-300 400-400 ਪੇਸ਼ੈਂਟ ਵੀ ਆਏ, 200-200 ਵੀ ਆਏ, 250-250 ਵੀ ਆਏ, ਅਸੀਂ ਚੱਕ ਕੇ ਇੱਥੇ ਲਿਆਏ। ਉਹਦੇ ਨਾਲ ਕਰੋਨਾ ਫੈਲਣਾ ਬਚ ਗਿਆ। ਜਿਹੜਾ ਲੋਕ ਇਲਾਜ ਹੋ ਕੇ ਚਲੇ ਗਏ, ਜਿਹੜੇ ਜ਼ਿਆਦਾ ਸੀਰੀਅਸ ਸੀਗੇ ਅਸੀਂ ਐਂਬੂਲੈਂਸਾਂ 'ਚ ਪਾ ਕੇ 6 ਫੇਸ ਮੋਹਾਲੀ ਜਾਂ ਰਜਿੰਦਰਾ ਹਸਪਤਾਲ, ਜੇ ਕਿਸੇ ਨੇ ਪ੍ਰਾਈਵੇਟ 'ਚ ਆਪਣਾ ਇੰਤਜ਼ਾਮ ਹੋ ਗਿਆ ਪ੍ਰਾਈਵੇਟ 'ਚ ਪੰਚਕੂਲਾ ਵੀ ਸ਼ਿਫਟ ਕਰੇ, 32 'ਚ ਵੀ ਕਰੇ, PGI 'ਚ ਵੀ ਕਰੇ। ਸੋ ਜਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ ਉਹਨੂੰ ਉਸੇ ਤਰ੍ਹਾਂ ਗਾਈਡ ਕਰਕੇ ਜਿਹੜੇ ਵੱਡੇ ਹਸਪਤਾਲਾਂ 'ਚ ਵੀ ਅਸੀਂ ਟ੍ਰਾਂਸਫਰ ਕਰ ਦਿੰਦੇ। ਤੁਹਾਨੂੰ ਨਹੀਂ ਲੱਗਦਾ ਕਿ ਜੇ ਗੱਲ ਕਰੀਏ, ਕਿਉਂਕਿ ਪਿਛਲੇ ਸਾਲ ਫਰਸਟ ਵੇਵ ਆਈ ਸੀ, ਉਸ ਤੋਂ ਬਾਅਦ ਸੈਕਿੰਡ ਵੇਵ ਆਉਣ ਤੱਕ ਖਾਸਾ ਸਮਾਂ ਜਿਹੜਾ ਮਿਲਿਆ, ਤੇ ਸਰਕਾਰਾਂ ਤੇ ਪ੍ਰਸ਼ਾਸਨ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਨਾਕਾਮ ਰਹਿ ਗਈਆਂ? ਕਿਉਂਕਿ ਜਿਹੜੇ ਹਲਕੇ ਤੋਂ ਤੁਸੀਂ ਬਿਲੋਂਗ ਕਰਦੇ ਹੋ, ਜਿੱਥੇ ਤੁਸੀਂ MLA ਵੀ ਹੋ ਮੌਜੂਦਾ, ਸੋ ਇਹ ਸਭ ਤੋਂ ਜ਼ਿਆਦਾ ਪੋਪੂਲੇਟਿਡ ਇੱਕ ਤਰ੍ਹਾਂ ਨਾਲ ਮੰਨਿਆ ਜਾਂਦਾ ਮੋਹਾਲੀ ਜ਼ਿਲ੍ਹੇ ਦਾ, ਪਰ ਫਿਰ ਵੀ ਜਿਹੜੇ ਉਸ ਲੈਵਲ ਦੇ ਹਸਪੀਟਲ ਇੱਥੇ ਹੈ ਨਹੀਂਗੇ, ਤੇ ਸਮਾਂ ਵੀ ਸੀਗਾ ਸ਼ਾਇਦ ਇਹ ਕੰਮ ਜਿਹੜਾ ਸਰਕਾਰਾਂ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ। ਦੇਖੋ, ਮੈਨੂੰ ਅਫਸੋਸ ਆ, ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜਾਂ ਆਪਣੀ ਟੀਮ ਦੀ, ਆਪਣੇ ਲੋਕਾਂ ਦੀ ਵਡਿਆਈ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਦੇਖੋ ਇੱਕ ਆਕਸੀਜਨ ਪਲਾਂਟ 1 ਕਰੋੜ ਰੁਪਏ ਉਹਦੀ ਕੀਮਤ ਆ, 1-1.5 ਮਹੀਨੇ 'ਚ ਫਿੱਟ ਹੋ ਸਕਦਾ, 1 ਸਾਲ 'ਚ ਇੱਕ ਵੀ ਨਹੀਂ ਕਰ ਸਕੇ। ਫਿਰ ਵੈਂਟੀਲੇਟਰ ਸਰਕਾਰ ਕੋਲ ਮੈਂ ਅਖਬਾਰਾਂ 'ਚ ਵੀ ਪੜ੍ਹਿਆ 390 ਆਏ, ਤੇ 1200 ਬੰਦੇ ਅਪੁਆਇੰਟ ਕਰਕੇ, ਟੈਂਪਰੇਰੀ ਅਪੁਆਇੰਟ ਕਰਕੇ ਵੀ ਚਲਾ ਸਕਦੇ ਤੇ ਉਹ ਵੈਂਟੀਲੇਟਰ ਫੰਕਸ਼ਨਲ ਨਹੀਂ ਕਰ ਸਕੇ। ਮੇਰੇ ਜ਼ਿਲ੍ਹੇ ਮੋਹਾਲੀ 'ਚ 40 ਵੈਂਟੀਲੇਟਰ ਪਏ ਆ, ਨਵੇਂ ਵੈਂਟੀਲੇਟਰ PM ਕੇਅਰ ਫੰਡ 'ਚੋਂ ਪਏ, 120 ਬੰਦੇ ਅਪੁਆਇੰਟ ਕਰਨੇ ਸੀ। ਜੇ ਪ੍ਰਾਈਵੇਟ ਹਸਪੀਟਲ ਵਾਲੇ ਵੈਂਟੀਲੇਟਰ ਖਰੀਦ ਕੇ ਫੰਕਸ਼ਨਲ ਕਰ ਸਕਦੇ ਆ, ਇਹਨਾਂ ਦੀ ਇਨਕੰਪੀਟੈਂਸ਼ਨ ਦੇਖੋ। ਹੈਲਥ ਮਿਨਿਸਟਰ ਦੀ, ਹੈਲਥ ਮਿਨਿਸਟਰ ਦਾ ਜ਼ਿਲ੍ਹਾ ਆ ਆਪਣਾ ਮੋਹਾਲੀ, ਦੇਖੋ ਘੱਟ ਤੋਂ ਘੱਟ ਆਪਣੇ ਡਿਸਟ੍ਰਿਕਟ 'ਚ ਤਾਂ ਕੁਛ ਮਾੜੀ ਮੋਟੀ ਪਰਫਾਰਮੈਂਸ ਦਿਖਾ ਸਕਦਾ ਤਾਂ। ਮੋਹਾਲੀ ਵਰਗੇ ਹਸਪੀਟਲ 'ਚ ਵੀ ਉਹ ਵੈਂਟੀਲੇਟਰ ਨਹੀਂ ਚਲਾ ਸਕੇ। ਫਿਰ 8 ਵੈਂਟੀਲੇਟਰ ਪ੍ਰਾਈਵੇਟ ਹਸਪੀਟਲਾਂ ਨੂੰ ਦਿੱਤੇ। ਕਿਆ ਉਹਨਾਂ ਨੇ 5% ਵੀ ਰਿਲੀਫ ਦਿਆ ਮਰੀਜ਼ਾਂ ਨੂੰ? ਲੱਖ ਰੁਪਈਆ ਇੱਕ ਰਾਤ ਦਾ ਲੈ ਰਹੇ ਆ, ਜਿਹੜੇ ਵੈਂਟੀਲੇਟਰ ਤੇ ਪੇਸ਼ੈਂਟ ਲੱਗ ਜਾਂਦਾ ਹੈ, ਤੇ ਸਰਕਾਰੀ ਵੈਂਟੀਲੇਟਰ, ਮਤਲਬ ਨਾ ਵੈਂਟੀਲੇਟਰ ਦੇ ਸਕੇ। ਤੁਸੀਂ ਦੇਖੋ ਮੇਰੇ ਹਲਕੇ ਦੀ ਆਬਾਦੀ 10 ਲੱਖ ਹੋਣੀ, 4.5 ਲੱਖ ਇਕੱਲੇ ਜੀਰਕਪੁਰ ਦੀ ਆ, 7-8
ਇੱਕ ਵੀ ਆਈਸੋਲੇਸ਼ਨ ਵਾਲਾ ਬੈੱਡ ਵੀ ਨਹੀਂ ਇਹਨਾਂ ਨੇ ਲਾਇਆ। ਜੇ ਐਡਮਿਟ ਕਰਨਾ ਪੈ ਜੇ ਨਾ ਡੇਰਾ ਵਸੀਆ, ਨਾ ਜੀਰਕਪੁਰਾ, ਨਾ ਲਾਲੜੂਆ, ਇੱਕ ਵੀ ਹਸਪੀਟਲ 'ਚ ਬੈੱਡ ਨਹੀਂ ਹੈ। ਇਹ ਪ੍ਰਬੰਧ ਕਰਨੇ ਨਹੀਂ ਚਾਹੀਦੇ ਸੀਗੇ। ਅੱਜ ਹਰ ਪਿੰਡ 'ਚ 5-5 7-7 ਮਰੀਜ਼ ਪਏ ਆ, ਕਿਤੇ ਟੈਸਟਿੰਗ ਨਹੀਂ ਹੋ ਰਹੀ, ਕਿਤੇ ਵੈਕਸੀਨੇਸ਼ਨ ਨਹੀਂ ਹੋ ਰਹੀ। ਆਹ ਜਿਹੜੀ ਡੈਥ ਰੇਟ ਤੁਸੀਂ ਕਹਿ ਰਹੇ ਵੱਧ ਰਿਹਾ, ਉਹ ਇਸ ਕਰਕੇ ਵੱਧ ਰਿਹਾ ਹੈਗਾ ਵੀ ਟੈਸਟਿੰਗ ਨਾ ਹੋ ਕੇ ਪਿੰਡਾਂ 'ਚ ਪੇਸ਼ੈਂਟ ਪਏ ਰਹਿੰਦੇ ਆ, ਲਾਸਟ ਸਟੇਜ ਤੇ ਹਸਪੀਟਲ ਤੇ ਜਾਂਦੇ ਆ, ਉੱਥੇ ਡੈਥ ਹੋ ਜਾਂਦੀ ਹੈ। ਜੇ ਪਰਿਵਾਰ ਦੇ 5 ਮੈਂਬਰਾਂ ਨੂੰ ਹੋਇਆ, 1-2 ਦੀ ਡੈਥ ਹੋ ਜਾਂਦੀ ਹੈ, 3 ਬਚ ਜਾਂਦੇ ਆ। ਹੁਣ ਦੇਵੀ ਨਗਰ ਪਿੰਡ ਜਮੀਨ ਡੇਰਾਬੱਸੀ ਦੀ ਜੜ 'ਚ ਆ, ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਡੈਥ ਹੋ ਗਈ, ਕੱਲ ਇੱਕ ਹੋਰ ਦੀ ਹੋ ਗਈ, 4 ਡੈਥਾਂ ਉੱਥੇ ਹੋ ਚੁੱਕੀਆਂ। ਤੇ ਮੈਂ ਰਿਕੁਐਸਟ ਕਰੀ ਸੀਗੀ ਐਸਐਮਓ ਨੂੰ ਵੀ ਸਾਰਿਆਂ ਨੂੰ ਵੀ ਤੁਸੀਂ ਘਰ ਘਰ ਜਾ ਕੇ ਟੈਸਟਿੰਗ ਕਰੋ। ਉੱਥੇ ਇੱਕ ਦਿਨ ਬਾਹਰ ਕੈਂਪ ਲਾ ਲਿਆ, 70-71 ਬੰਦਿਆਂ ਨੇ ਟੈਸਟਿੰਗ ਕਰਕੇ ਮੁੜ ਕੇ ਪਿੰਡ 'ਚ ਕੋਈ ਬੜੇ ਨਹੀਂ। ਸੈਨੀਟਾਈਜ਼ ਵੀ ਮੈਂ ਉੱਥੇ ਕਰਕੇ ਆਇਆ। ਹੁਣ ਉਹਦੇ ਨਾਲ ਹੀ ਮੈਂ ਇੱਕ ਪ੍ਰਾਈਵੇਟ ਹਸਪੀਟਲ ਸੀਗਾ ਆਯੁਰਵੈਦਿਕ, ਆਚਾਰੀਆ ਮਨੀਸ਼ ਜੀ ਆ, ਉਹਨਾਂ ਨੂੰ ਰਿਕੁਐਸਟ ਕਰੀ, ਦੇਖੋ ਕਿੱਡੇ ਦਾਨੀ ਸੱਜਣ ਵੀ ਹੈ। ਅੱਜ ਕੱਲ੍ਹ ਹਸਪੀਟਲਾਂ 'ਚ 25-25 30-30 ਹਜ਼ਾਰ ਰੁਪਏ ਇੱਕ ਬੈੱਡ ਦਾ ਲੈ ਰਹੇ ਆ। ਉਹਨਾਂ ਨੇ 50 ਬੈੱਡਾਂ 35 ਬੈੱਡ ਡੈਡੀਕੇਟਡ ਕਰਤੇ ਕਰੋਨਾ ਨੂੰ। ਉੱਥੇ ਉਹ ਸਾਰਾ ਦੇਸੀ ਇਲਾਜ ਕਰ ਰਹੇ ਆ, ਐਲੋਪੈਥਿਕ ਦਵਾਈਆਂ ਵਗੈਰਾ, ਹੋਰ ਗੱਡੀਆਂ, ਸਾਰਾ ਇੰਤਜ਼ਾਮ ਅਸੀਂ ਕਰ ਰਹੇ ਹਾਂ। ਅਸੀਂ ਰਲ ਕੇ ਉਹ ਸੈਂਟਰ ਚਲਾ ਰਹੇ ਹਾਂ। ਉੱਥੇ ਵੀ ਫ੍ਰੀ ਇਲਾਜ ਹੋ ਰਿਹਾ ਪੇਸ਼ੈਂਟਾਂ ਦਾ, ਆਕਸੀਜਨ ਦਾ ਪ੍ਰਬੰਧ ਆ ਉੱਥੇ ਅਸੀਂ ਕਰਿਆ ਹੈਗਾ। ਉੱਥੇ ਵੀ ਸਾਰਾ ਉਸੇ ਤਰ੍ਹਾਂ ਹੀ ਫ੍ਰੀ ਕੋਵਿਡ ਸੈਂਟਰ ਅਸੀਂ ਸ਼ੁਰੂ ਕਰਿਆ ਹੈਗਾ। ਸਰਕਾਰ ਕਰ ਨਹੀਂ ਸਕਦੀ। ਸਰਕਾਰ ਤਾਂ ਤੁਸੀਂ ਦੇਖੋ ਵੀ ਐਡੀ ਕੇਅਰਲੈਸ ਹੈ ਨਹੀਂ, ਅੱਜ ਤੱਕ ਇਸ ਹਸਪੀਟਲ ਨੂੰ ਕੋਈ ਗਾਈਡੈਂਸ ਦੀ ਵੀ ਆ ਕੇ ਸਹਾਇਤਾ ਨਹੀਂ ਦੇਈ ਵੀ ਕੋਈ ਚੈੱਕ ਕਰਨ ਵੀ ਆ ਗਿਆ ਹੋਵੇ, ਦੇਖਣ ਵੀ ਆ ਗਿਆ। ਤੇ ਸਾਨੂੰ 15 ਦਿਨ ਆਕਸੀਜਨ ਵੀ ਗੁਆਂਢੀ ਸਟੇਟਾਂ ਤੋਂ ਮੰਗਵਾਉਣੀ ਪਈ, ਕਦੇ ਬੱਦੀ ਤੋਂ, ਕਦੀ ਹਰਿਆਣੇ ਤੋਂ, ਕੋਈ ਉਸ ਦੀ ਵੀ ਸਪੋਰਟ ਨਹੀਂ ਦੇਈ ਹੈਗੀ। ਹਾਲਾਂਕਿ ਅਸੀਂ ਦਵਾਈ, ਇਲਾਜ, ਡਾਕਟਰ, ਨਰਸਿਸ ਸਾਰਾ ਕੁਝ ਫ੍ਰੀ ਕਰ ਰਹੇ ਹਾਂ। ਪਰ ਮੈਨੂੰ ਇਸ ਗੱਲ ਦਾ ਖੁਸ਼ੀ ਆ ਵੀ ਇੱਥੇ ਜੀਰਕਪੁਰ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਦੀ, ਹਲਕੇ ਦੀਆਂ ਆਰਗੇਨਾਈਜੇਸ਼ਨਾਂ ਦੀ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ, ਨਹੀਂ ਐਡਾ ਵੱਡਾ ਸੈਂਟਰ ਚਲਾਉਣਾ ਬੜਾ ਔਖਾ ਕੰਮ ਆ। ਇਹ ਸਾਰੀਆਂ ਆਰਗੇਨਾਈਜੇਸ਼ਨਾਂ, ਜੇ ਨਾਂ ਲਵਾਂ ਤਾਂ ਮੈਂ ਬੜੀ ਲੰਬੀ ਲਿਸਟ ਆ, ਜਿਨ੍ਹਾਂ ਨੇ ਬਹੁਤਾਂ ਨੇ ਸਰੀਰਕ ਤੌਰ ਤੇ ਮਦਦ ਕਰੀ, ਕਿਸੇ ਨੇ ਪੈਸੇ ਦੇ ਤੌਰ ਤੇ ਮਦਦ ਕਰੀ, ਕਿਸੇ ਨੇ ਦਵਾਈਆਂ ਦੇ ਤੌਰ ਤੇ ਮਦਦ ਕਰੀ, ਕਿਸੇ ਨੇ ਗੱਡੀਆਂ ਦੇ ਤੌਰ ਤੇ ਮਦਦ ਕਰੀ, ਕਿਸੇ ਨੇ ਐਂਬੂਲੈਂਸ ਦੇ ਤੌਰ ਤੇ ਮਦਦ ਕਰੀ। ਅਗਰਵਾਲ ਸਭਾ, ਉਹਨਾਂ ਨੇ ਟੈਸਟਿੰਗ ਦੇ ਤੌਰ ਤੇ ਸਾਡੀ ਮਦਦ ਕੀਤੀ। ਬ੍ਰਾਹਮਣ ਸਭਾ ਨੇ ਪੈਸੇ ਦੇ ਤੌਰ ਤੇ ਸਾਡੀ ਮਦਦ ਕੀਤੀ। ਮੁਸਲਿਮ ਵੈਲਫੇਅਰ ਸੁਸਾਇਟੀ ਆ ਜੀਰਕਪੁਰ ਦੀ, ਉਹਨਾਂ ਨੇ ਐਂਬੂਲੈਂਸ ਸਾਡੇ ਕੋਲ ਇੱਥੇ ਖੜੀ ਕਰਤੀ। ਜੈਨ ਸਾਹਿਬ ਆ, ਉਹਨਾਂ ਨੇ ਐਂਬੂਲੈਂਸ ਸਾਨੂੰ ਦਿੱਤੀ। ਸੋ ਕਿੰਨੀਆਂ ਆਰਗੇਨਾਈਜੇਸ਼ਨਾਂ, ਮੈਂ ਇਕੱਲੀ ਦਾ ਨਾਂ ਲਵਾਂਗਾ। ਕੱਲ ਦਵਾਈਆਂ ਦੇ ਕੇ ਗਈ ਹੈ ਇੱਥੇ ਸ਼ਮਸ਼ਾਨ ਘਾਟ ਨੂੰ ਦੇਖਦੀ ਹੈ, ਇੱਕ ਸੰਸਥਾ ਸੇਵਾ ਸੰਸਥਾ ਹੈਗੀ ਹੈ। ਸੋ ਬੜੀਆਂ ਆਰਗੇਨਾਈਜੇਸ਼ਨਾਂ ਦਾ ਸਹਿਯੋਗ ਜਿਹੜਾ ਮਿਲਿਆ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਆ। ਸੋ ਸਰਕਾਰ ਜੇ ਚਾਹੁੰਦੀ, ਪੰਜਾਬ ਦੀ ਰਿਲੀਜੀਅਸ ਐਂਡ ਸੋਸ਼ਲ ਆਰਗੇਨਾਈਜੇਸ਼ਨਾਂ ਨੂੰ ਲੈ ਕੇ ਇਸ ਕਰੋਨਾ ਜਿਹੜੀ ਮਹਾਮਾਰੀ ਨੂੰ ਬਹੁਤ ਵਧੀਆ ਢੰਗ ਨਾਲ ਜਿਹੜੀ ਨਿਪਟ ਸਕਦੀ ਸੀ, ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ। ਹਰੇਕ ਦੇ ਮਨ 'ਚ ਸੇਵਾ ਦਾ ਜਜ਼ਬਾ ਆ। ਇਹ ਕੌਮ ਇੱਥੇ ਪੰਜਾਬੀ ਜਿਹੜੇ ਮਰਨ ਤੋਂ ਨਹੀਂ ਡਰਦੇ, ਕਰੋਨਾ ਦੀ ਸੇਵਾ ਕਰਦੇ ਆ। ਸੋ ਤੁਸੀਂ ਦੇਖ ਲਿਓ, ਅੱਜ ਜੇ ਜੀਰਕਪੁਰ 'ਚ ਕਿਸੇ ਦੀ ਕਰੋਨਾ 'ਚ ਡੈਥ ਹੋ ਜੇ, ਇੱਕ ਬੰਦਾ ਵੀ ਸਰਕਾਰੀ ਨਹੀਂ ਹੈ ਜਿਹੜਾ ਜਾ ਕੇ ਸੰਸਕਾਰ ਕਰਵਾ ਦੇਵੇ। ਪ੍ਰਾਈਵੇਟ ਇੱਥੇ ਆਰਗੇਨਾਈਜੇਸ਼ਨਾਂ, ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ। ਅੱਜ ਸਵੇਰੇ ਵੀ ਇੱਕ ਡੈਥ ਹੋਈ ਉੱਥੇ ਢਕੌਲੀ 'ਚ। ਮੈਂ ਉਹ ਸੋਨੂ ਸੇਠੀ ਉਹਨਾਂ ਦੀ ਟੀਮ ਨੂੰ ਫੋਨ ਕਰਿਆ, ਉਹ ਮੈਂ ਇੱਥੋਂ ਕਿੱਟਾਂ ਦਈਆਂ, ਉਹ ਜਾ ਰਹੇ ਆ, ਜਾ ਕੇ ਸੰਸਕਾਰ ਕਰਕੇ ਆਉਣਗੇ। ਨਾ ਮਿਊਨਸੀਪਲ ਕਮੇਟੀ ਨੇ ਕੋਈ ਇੰਤਜ਼ਾਮ ਕਰਿਆ, ਨਾ ਅਫਸਰਾਂ ਨੇ। ਸੇਮ ਡੇਰਾਬੱਸੀ 'ਚ ਰੋਜ਼ 5-10 ਡੈਥਾਂ ਜਿਹੜੀਆਂ ਹੋ ਰਹੀਆਂ ਹੈਗੀਆਂ, ਡੇਲੀ ਹੋ ਰਹੀਆਂ। ਡੈਥ ਰੇਟ ਜ਼ਿਆਦਾ ਆ, ਉਹਦਾ ਕਾਰਨ ਇਹੀ ਆ, ਟੈਸਟਿੰਗ ਨਹੀਂ ਹੈਗੀ, ਵੈਕਸੀਨੇਸ਼ਨ ਨਹੀਂ। ਵੈਕਸੀਨੇਸ਼ਨ ਦਾ ਵੀ ਤੁਸੀਂ ਦੇਖੋ ਡਰਾਮਾ ਕਰ ਲਿਆ ਇਹਨਾਂ ਨੇ। ਕਾਂਗਰਸੀਆਂ ਦੇ ਦਫ਼ਤਰਾਂ 'ਚ ਜਾਂਦੇ ਆ, ਉੱਥੇ ਇੰਜੈਕਸ਼ਨ ਲਾ ਕੇ 4 ਸਰੋਪੇ ਪਾਏ, ਆਪਣੇ ਬੰਦਿਆਂ ਦੇ ਲਾਏ, ਦੂਸਰਿਆਂ ਨੂੰ ਪੁੱਛਦੇ ਹੀ ਕੋਈ ਨਹੀਂ, ਆ ਜਾਂਦੇ ਆ। ਕੱਲ ਢਕੌਲੀ 'ਚ ਉੱਥੇ ਬੜਾ ਡਰਾਮਾ ਜਿਹਾ ਹੋਇਆ, ਇੱਕ ਜਗ੍ਹਾ ਕੈਂਪ ਲਾਇਆ ਕਿਸੇ ਦਫ਼ਤਰ 'ਚ ਕਾਂਗਰਸੀ ਦੇ, ਉੱਥੇ 5, 10, 20, 50 ਆਪਣੇ ਬੰਦਿਆਂ ਦੇ ਇੰਜੈਕਸ਼ਨ ਲਾ ਕੇ ਬੰਦ ਕਰਕੇ ਚਲੇ ਗਏ। ਸੋ ਇਹ ਡਰਾਮੇ ਕਰਦੇ ਫਿਰ ਰਹੇ ਵੀ ਲੋਕ ਵੈਕਸੀਨੇਸ਼ਨ ਵਾਸਤੇ ਕਾਂਗਰਸੀ ਲੀਡਰਾਂ ਦੀ ਮਿੰਨਤਾਂ ਕਰਨ। ਇਹ ਸਮਾਂ ਜਿਹੜਾ ਕਰੋਨਾ ਨਾਲ ਲੜਨ ਦਾ ਹੈ, ਨਾ ਕਿ ਪੋਲਿਟਿਕਸ ਕਰਨ ਦਾ, ਰਾਜਨੀਤੀ ਕਰਨ ਦਾ, ਆਪਾਂ ਨੂੰ ਪੋਲੀਟੀਕਲ ਸਟੇਟਮੈਂਟਾਂ ਦੇਣ ਦਾ। ਸੋ ਸਰਕਾਰ ਨੂੰ ਚਾਹੀਦਾ ਇਹਨੂੰ ਗੰਭੀਰਤਾ ਨਾਲ ਲੜੇ। ਜਿਹੜਾ 3rd ਵੇਵ ਆਉਣੇ ਵਾਲੀ ਆ, ਉਹਦੀ ਕੋਈ ਤਿਆਰੀ ਕਰ ਰਹੇ ਆ? ਕਿੰਨੇ ਕੁ ਆਕਸੀਜਨ ਪਲਾਂਟ ਲਾਤੇ, ਕਿੰਨੇ ਕੁ ਵੈਂਟੀਲੇਟਰ? ਮੇਰੇ ਜ਼ਿਲ੍ਹੇ 'ਚ ਇੱਕ ਵੀ ਵੈਂਟੀਲੇਟਰ ਕਰੋਨਾ ਪੇਸ਼ੈਂਟ ਵਾਸਤੇ ਫੰਕਸ਼ਨਲ ਨਹੀਂ, ਸਿੰਗਲ। 40 ਪਏ ਆ, ਤੁਸੀਂ ਉਹ ਚਾਲੂ ਨਹੀਂ ਕਰ ਸਕਦੇ। ਸੋ ਸਰਕਾਰ ਨੂੰ ਚਾਹੀਦਾ, ਅਸੀਂ ਤਾਂ ਦੇਖੋ ਆਪਣੀ ਡਿਊਟੀ ਨਿਭਾ ਰਹੇ ਹਾਂ। ਇਸ ਹਲਕੇ ਨੇ ਮੈਨੂੰ ਬੜਾ ਪਿਆਰ ਦਿਆ, ਮੈਨੂੰ ਸਰਪੰਚ ਬਣਾਇਆ, ਪ੍ਰਧਾਨ ਬਣਾਇਆ, MLA ਬਣਾਇਆ। ਮੇਰੀ ਡਿਊਟੀ ਆ, ਦੇਖ ਨਹੀਂ ਹੁੰਦਾ
ਜਦੋਂ ਲੋਕ ਪੇਸ਼ੈਂਟ ਬਿਮਾਰ ਹੁੰਦੇ ਆ, ਜਦੋਂ ਜਗ੍ਹਾ ਨਹੀਂ ਮਿਲਦੀ ਕੋਈ, ਅਸੀਂ ਕੋਸ਼ਿਸ਼ ਕਰਦੇ ਹਾਂ ਇੰਤਜ਼ਾਮ ਕਰਵਾਉਣ ਦੀ। ਸੋ ਇਹ ਵੀ ਸੈਂਟਰ ਹਲਕੇ ਨੂੰ ਡੈਡੀਕੇਟਡ ਆ, ਹਲਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ। ਤੁਸੀਂ ਗੱਲ ਕਰ ਰਹੇ ਸੀਗੇ ਕਿ ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਸੀ, ਸੋ ਉਹਨਾਂ ਲਈ ਕਿਤੇ ਨਾ ਕਿਤੇ ਇਹ ਜਿਹੜਾ ਤਿਆਰ ਕੀਤਾ ਗਿਆ, ਜ਼ਿਆਦਾ ਜਿਹੜੀ ਤਰਜੀਹ ਹੈ ਉਹ ਤੁਹਾਡੇ ਹਲਕੇ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਾਂ ਕੋਈ ਐਦਾਂ ਦਾ ਕੋਈ ਸਿਸਟਮ ਨਹੀਂ, ਕੋਈ ਬਾਹਰੋਂ ਆ ਜਾਏ, ਕੋਈ ਵੀ ਆ ਜਾਏ, ਹਰ ਤਰ੍ਹਾਂ ਦੇ ਪੇਸ਼ੈਂਟਸ ਨੂੰ ਇੱਥੇ ਐਡਮਿਟ ਕੀਤਾ ਜਾਂਦਾ? ਨਹੀਂ, ਹਲਕੇ ਹੁਲਕੇ ਵਾਲੀ ਕੋਈ ਵੀ ਕਰੋਨਾ ਪੇਸ਼ੈਂਟ ਆ ਜਾਏ, ਦਿੱਲੀ ਤੋਂ ਵੀ ਆ ਕੇ ਰਹੇ ਆ, ਰਾਜਪੁਰੇ ਹਲਕੇ ਤੋਂ ਰਹਿ ਰਹੇ ਆ, ਮੋਹਾਲੀ ਤੋਂ ਵੀ ਆ। ਸੋ ਜਿਹੜਾ ਵੀ ਆ ਜਾਏ, ਅਸੀਂ ਤਾਂ ਇਨਸਾਨੀਅਤ ਦੀ ਸੇਵਾ ਵਾਸਤੇ ਖੋਲਿਆ, ਨਾ ਕਿ ਵੋਟਾਂ ਵਾਸਤੇ ਖੋਲਿਆ ਵੀ ਜਿਹਦੀ ਵੋਟ ਆ ਉਹਨੂੰ ਦੇਵਾਂਗੇ। ਉਹਨੂੰ ਕਾਂਗਰਸੀ ਤਾਂ ਪਹਿਲਾਂ ਆਇਡੈਂਟੀ ਕਾਰਡ ਦੇਖਦੇ ਆ, ਫਿਰ ਰਾਸ਼ਨ ਦਿੰਦੇ ਸੀਗੇ। ਸੋ ਅਸੀਂ ਤਾਂ ਸਿਰਫ ਸੇਵਾ ਵਾਸਤੇ ਖੋਲਿਆ। ਕੋਈ ਆ ਜਾਏ, ਯੂਪੀ ਤੋਂ ਆ ਜਾਏ, ਬਿਹਾਰ ਤੋਂ ਆ ਜਾਏ, ਜੀਰਕਪੁਰ ਤੋਂ ਆ ਜਾਏ, ਪਿੰਡਾਂ ਤੋਂ ਆ ਜਾਏ, ਜਿਹਨੂੰ ਕਿਤੇ ਬੈੱਡ ਨਾ ਮਿਲੇ ਉਹ ਇੱਥੇ ਆ ਜਾਂਦਾ ਹੈਗਾ, ਜਾਂ ਜਿਹਨੂੰ ਲੋੜ ਆ। ਬਸ ਸਿਰਫ ਸਾਡਾ ਨੰਬਰ ਆ ਜਿਹੜਾ 9501287100 ਤੇ ਕਾਲ ਕਰਦੇ, ਅਸੀਂ ਘਰ ਤੋਂ ਚੱਕ ਕੇ ਲਿਆਂਦੇ ਹਾਂ ਇੱਥੇ, ਉਹਨੂੰ ਛੱਡ ਕੇ ਵੀ ਆਉਂਦੇ, ਉਹਦੀ ਸੇਵਾ ਵੀ ਕਰਦੇ ਹਾਂ। ਅਸੀਂ ਕੋਈ ਕਿਸੇ ਨੂੰ ਨਹੀਂ ਦੇਖਿਆ ਵੀ ਕਿੱਥੋਂ ਆ ਰਿਹਾ ਕਿੱਥੋਂ ਨਹੀਂ, ਸਿਰਫ ਰਿਪੋਰਟ ਉਹਦੇ ਕੋਲ ਕਰੋਨਾ ਪੋਜ਼ਿਟਿਵ ਹੋਣੀ ਚਾਹੀਦੀ ਹੈ, ਉਹ ਦੇਖ ਕੇ ਅਸੀਂ ਐਡਮਿਟ ਕਰਦੇ ਹਾਂ। ਬਾਕੀ ਸਾਡੇ ਡਾਕਟਰ ਦੇਖਦੇ ਆ। ਜੇ ਕੋਈ ਸੀਰੀਅਸ ਪੇਸ਼ੈਂਟ ਹੋਏ, ਮੰਨ ਲਓ ਕਈ ਵਾਰੀ ਕਰੋਨਾ ਪੋਜ਼ਿਟਿਵ ਪੇਸ਼ੈਂਟ ਹੁੰਦਾ ਹੈਗਾ, ਉਹਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ, ਹਾਰਟ ਦੀ ਪ੍ਰੋਬਲਮ ਹੁੰਦੀ ਆ, ਸੋ ਜਿਹੜਾ ਕੰਟਰੋਲ 'ਚ ਨਾ ਉਹਨੂੰ ਅਸੀਂ ਰੈਫਰ ਕਰ ਦਿੰਦੇ ਹਾਂ। ਹੁਣ ਇੱਕ ਰਾਤ ਪੇਸ਼ੈਂਟ ਆਇਆ, ਉਹਦਾ ਸ਼ੂਗਰ ਲੈਵਲ ਹੀ 43 ਸੀਗਾ, ਅਤੇ ਅਸੀਂ ਰਾਤ ਨੂੰ 11-12 ਵਜੇ ਆਇਆ, ਸਾਰੀ ਰਾਤ ਉਹਨੂੰ ਸਟੇਬਲ ਕਰਿਆ, ਉਹਨੂੰ ਦਵਾਈਆਂ ਦੁਈਆਂ ਦਈਆਂ। ਅੱਜ ਜਦੋਂ ਉਹਦੀ ਸਟੇਬਿਲਿਟੀ ਜੀ ਹੋ ਗਈ, ਫਿਰ ਅਸੀਂ ਮੋਹਾਲੀ ਸਰਕਾਰੀ ਹਸਪਤਾਲ 'ਚ ਉਹਨੂੰ ਰੈਫਰ ਕਰਦੇ ਹਾਂ। ਮਤਲਬ ਇਹ ਆ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨੂੰ, ਜੇ ਕੋਈ ਜ਼ਿਆਦਾ ਸੀਰੀਅਸ ਉਹਨੂੰ ਫਸਟ ਏਡ ਦੇ ਕੇ ਇਮੀਡੀਏਟਲੀ ਜਿਹੜਾ ਸ਼ਿਫਟ ਕਰਦੇ ਆ। ਸੋ ਹਰ ਤਰ੍ਹਾਂ ਨਾਲ, ਔਰ ਪਰਮਾਤਮਾ ਦੀ ਬਖਸ਼ਿਸ਼ ਆ, ਅਜੇ ਤੱਕ ਜਿੰਨੇ ਪੇਸ਼ੈਂਟ ਆਏ ਆ ਠੀਕ ਹੋ ਕੇ ਗਏ। ਸ਼ਰਮਾ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਕਿ ਸਰਕਾਰੀ ਹਸਪਤਾਲਾਂ ਦੀ ਜੋ ਕੰਡੀਸ਼ਨ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਜੇਕਰ ਪ੍ਰਾਈਵੇਟ ਹਸਪੀਟਲਸ ਦੀ ਵੀ ਗੱਲ ਕਰੀਏ, ਜੇ ਉਹਨਾਂ 'ਚ ਫੈਸਿਲਿਟੀ ਹੈ, ਤਾਂ ਉੱਥੋਂ ਇਸ ਤਰੀਕੇ ਦੇ ਜਿਹੜੇ ਹੈ ਮਤਲਬ ਕਿ ਗੱਲਾਂ ਸਾਹਮਣੇ ਆ ਰਹੀਆਂ, ਜਿਵੇਂ ਹਾਲ ਹੀ ਦੇ ਵਿੱਚ ਤੁਹਾਡੇ ਹਲਕੇ 'ਚ ਹੀ ਜ਼ੀਰਕਪੁਰ ਦੇ ਨਿਊ ਲਾਈਫਲਾਈਨ ਹਸਪੀਟਲ ਦਾ ਕੇਸ ਸਾਹਮਣੇ ਆਇਆ ਸੀਗਾ ਕਿ ਓਵਰ ਚਾਰਜਿੰਗ ਕੀਤੀ ਜਾ ਰਹੀ ਹੈ ਪੇਸ਼ੈਂਟਸ ਤੋਂ, FIR ਵੀ ਹੋਈ ਹੈ। ਸੋ ਪ੍ਰਾਈਵੇਟ ਹਸਪੀਟਲਸ ਦਾ ਰੋਲ ਕਿਵੇਂ ਦੇਖ ਰਹੇ ਹੋ? ਦੇਖੋ, ਇਸ ਟਾਈਮ ਨਾ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ, ਪੈਸੇ ਬਣਾਉਣ ਵਾਲੇ ਪਾਸੇ ਤੁਰ ਪਏ। ਹੁਣ ਤੁਸੀਂ ਮਿਨਿਸਟਰ ਆ, ਦੇਖੋ ਹੈਲਥ ਮਿਨਿਸਟਰ ਇਸ ਜ਼ਿਲ੍ਹੇ ਦਾ, ਤੁਸੀਂ ਦੱਸੋ ਕਿਹੜੇ ਹਸਪੀਟਲ ਤੇ ਕੰਟਰੋਲ ਕਰੇ? ਸੋ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜਾਏ, ਫਿਰ ਕੋਈ ਕਿਉਂ ਪਰਵਾਹ ਕਰੂਗਾ? ਟੋਟਲੀ ਫੇਲੀਅਰ ਹੋਇਆ ਗਵਰਨਮੈਂਟ ਦਾ, ਹੈਲਥ ਮਿਨਿਸਟਰ ਦੀ ਵੀ। ਤੁਸੀਂ ਠੇਕੇਦਾਰ ਨੂੰ, ਜਿਹੜੇ ਨੂੰ ਸ਼ਰਾਬ ਵੇਚਣ ਤੋਂ ਇਲਾਵਾ ਜਾਂ ਨਸ਼ੇ ਵੇਚਣ ਤੋਂ ਇਲਾਵਾ ਕੋਈ ਟਾਈਮ ਹੀ ਨਹੀਂ ਹੈ, ਰੇਤਾ ਚੱਕਣ ਤੋਂ ਇਲਾਵਾ, ਤੁਸੀਂ ਉਹਨੂੰ ਹੈਲਥ ਮਿਨਿਸਟਰ ਬਣਾ ਦਿਓ। ਉਹ ਹੋ ਸਕਦਾ ਹਿੱਸਾ ਪੱਤੀ ਵੀ ਕਰ ਲਈ ਹੋਏ ਸਾਰਿਆਂ ਨਾਲ, ਨਹੀਂ ਤਾਂ ਮਾੜਾ ਮੋਟਾ ਤਾਂ ਕਿਤੇ ਖਿਆਲ, ਇੱਕ ਰਾਤ ਦਾ ਲੱਖ ਰੁਪਈਆ ਜੇ ਇੱਕ ਹਸਪੀਟਲ ਵਾਲਾ ਲੈ ਰਿਹਾ, ਤਾਂ ਕਿਤੇ ਨਾ ਕਿਤੇ ਤਾਂ ਕੋਈ ਸਰਕਾਰ ਨਾਲ ਸੂਈਆਂ ਭਿੜਦੀਆਂ ਹੀ ਹੈਗੀਆਂ ਨਾ ਜੀ। ਬਹੁਤ ਸਾਰੇ, ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਸਾਰੇ ਆਰਗੇਨਾਈਜੇਸ਼ਨ ਆ, ਬਹੁਤ ਸਾਰੇ ਡਾਕਟਰ। ਹੁਣ ਇੱਥੇ ਕਈ ਡਾਕਟਰ ਇਹੋ ਜਿਹੇ ਜਿਹੜੇ ਫ੍ਰੀ 'ਚ ਸੇਵਾ ਕਰਨ ਆਉਂਦੇ ਆ, 2-2 3-3 ਘੰਟੇ। ਬਹੁਤ ਸਾਰੇ ਹਸਪੀਟਲਾਂ ਸੇਵਾ ਵੀ ਕਰ ਰਹੇ ਆ। ਕਈ ਹਸਪੀਟਲਾਂ ਨੂੰ ਮੈਂ ਫੋਨ ਕਰ ਦਾਂਗਾ, 25-25 30% ਛੱਡ ਵੀ ਦਿੰਦੇ ਆ ਕਹਿਣੇ 'ਤੇ, ਜੇ ਕਿਸੇ ਗਰੀਬ ਕੋਲ ਨਾ ਹੋਣ, ਮੈਂ ਕਰਦਾ ਹੈਗਾ। ਮੈਂ ਸਾਰੇ ਹਸਪੀਟਲਾਂ ਨੂੰ ਬਦਨਾਮ ਨਹੀਂ ਕਰ ਰਿਹਾ, ਪਰ ਇੱਕ ਰੇਟ ਲਿਸਟ, ਕੋਈ ਕੰਟਰੋਲ, ਕੋਈ ਕੁਛ। ਅੱਜ ਬਹੁਤ ਸਾਰੀਆਂ ਇਹੋ ਜਿਹੀਆਂ ਦਵਾਈਆਂ ਜਿਹੜੀਆਂ ਮਿਲਦੀਆਂ ਨਹੀਂ ਹੈਗੀਆਂ, ਅਤੇ ਜਦੋਂ ਪੇਸ਼ੈਂਟਾਂ ਨੂੰ ਲੋੜ ਪੈ ਜਾਂਦੀ, ਉਹ 50-50 ਹਜ਼ਾਰ ਲੱਖ ਰੁਪਏ ਦੀ ਖਰੀਦਦੇ ਆ। ਹੁਣ ਮੈਨੂੰ ਇੱਥੇ ਕਹਿ ਤਾ ਜੀ, ਇੱਕ 3 ਮੈਂਬਰੀ ਕਮੇਟੀ ਬਣਾਤੀ ਦਵਾਈਆਂ ਵਾਲੀ, ਜੀ ਇੱਕ ਉਹ ਡਰੱਗ ਇੰਸਪੈਕਟਰ ਦੀ ਡਿਊਟੀ ਲਾਤੀ, ਦੂਸਰੀ ਲਾ ਦੀ। ਮੈਂ ਸੱਚੀ ਦੱਸ ਰਿਹਾ, ਮੇਰੇ ਕੋਲ ਇੰਨੇ ਸੀਰੀਅਸ ਬੰਦੇ ਆਏ ਜਿਨ੍ਹਾਂ ਨੂੰ ਡਾਕਟਰ ਨੇ ਰਿਕਮੈਂਡ ਕਰਤਾ ਦਵਾਈ ਨੂੰ। ਮੈਂ ਆਪ MLA ਹਾਂ, ਬੜੀ ਵਾਰੀ ਫੋਨ ਕਰਿਆ ਉਹਨਾਂ ਅਫਸਰਸ ਨੂੰ ਵੀ, ਡਰੱਗ ਇੰਸਪੈਕਟਰਸ ਨੂੰ ਵੀ। ਇੱਕ ਵਾਰੀ ਜ਼ਰੂਰ ਸ਼ੁਰੂ 'ਚ ਇੱਕ ਹਸਪੀਟਲ 'ਚ ਉਹਨਾਂ ਨੇ ਮੇਰੇ ਕਹਿਣ ਤੋਂ ਮੈਡੀਸਨ ਪ੍ਰੋਵਾਈਡ ਕਰੀ। ਦੁਬਾਰਾ ਅੱਜ ਤੱਕ ਕਿਸੇ ਦੀ ਮੈਨੂੰ ਨਹੀਂ ਲੱਗਦਾ ਕੋਈ ਫਾਇਦਾ ਮਿਲਿਆ। ਉਹ ਬਾਹਰ ਤੋਂ 40-40 50-50 ਹਜ਼ਾਰ ਰੁਪਏ ਦੇ ਇੰਜੈਕਸ਼ਨ ਉਹ ਖਰੀਦੇ ਆ, ਜਿਹੜੇ ਕਿ ਕੀਮਤ 3000 ਰੁਪਏ ਵੀ ਨਹੀਂ, 2500 ਰੁਪਏ ਸੀਗੇ। ਰੈਮਡੀਸਿਵਿਰ ਜਿਹੜਾ ਇੰਜੈਕਸ਼ਨ ਆ 40-40 ਹਜ਼ਾਰ ਰੁਪਏ ਲੋਕਾਂ ਨੂੰ ਦੇ ਕੇ ਲਵਾਏ। ਹੋਰ ਬਹੁਤ ਇੰਜੈਕਸ਼ਨ ਯਾਨੀ ਸਰਕਾਰ ਕਹਿੰਦੀ ਆ ਆਪਣੇ ਕੰਟਰੋਲ 'ਚ ਆ, ਵੀ ਜੇ ਤੁਹਾਡੇ ਕੰਟਰੋਲ 'ਚ ਹੈ ਉਹ ਇੰਜੈਕਸ਼ਨ, ਜੇ ਪ੍ਰਾਈਵੇਟ ਕੋਈ ਡਾਕਟਰ ਲਿਖਦਾ ਹੈਗਾ ਤਾਂ ਤੁਸੀਂ ਦਿਓ, ਉਹਨੂੰ ਰਿਕਮੈਂਡੇਸ਼ਨ ਦੇਖ ਕੇ ਦਿਓ ਪੇਸ਼ੈਂਟ ਦੀ ਠੀਕ ਦੇ। ਜੇ ਡਾਕਟਰ ਗਲਤ ਲਿਖਦਾ ਹੈਗਾ, ਉਹਦੇ 'ਤੇ ਕਾਰਵਾਈ ਕਰੋ। ਤੁਸੀਂ ਪਤਾ ਕਰ ਲਿਓ, ਜੇ ਤੁਹਾਨੂੰ ਮਿਲ ਜੇ ਕੋਈ ਡਾਕਟਰ ਦਾ ਰਿਕਮੈਂਡਡ ਦਵਾਈ। ਸੋ
ਨਹੀਂ ਮੈਂ ਦੱਸਾਂ ਲੋਕਾਂ ਨੂੰ ਮਰਨ ਵਾਸਤੇ ਛੱਡ ਦਿਆ ਸਰਕਾਰ ਨੇ, ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ। ਬੜੇ ਦੁਖੀ ਦਿਲ ਨਾਲ ਕਹਿ ਰਿਹਾ ਮੈਂ, ਕੋਈ ਰਾਜਨੀਤੀ ਗੱਲ ਨਹੀਂ ਕਰਨੀ। ਅਖੀਰ 'ਚ ਸ਼ਰਮਾ ਜੀ ਇਹ ਦੱਸੋ ਕਿ ਜਿਵੇਂ ਜਿਹੜੀ ਸੇਵਾ ਤੁਹਾਡੇ ਵੱਲੋਂ ਚੱਲ ਰਹੀ ਹੈ, ਕੋਵਿਡ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ, ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਪਲਾਨ ਨੇ? ਜੇ ਕਿਤੇ ਗੱਲ ਕਰੀਏ ਟ੍ਰੀਟਮੈਂਟ ਦੇ ਨਾਲ ਵੈਕਸੀਨੇਸ਼ਨ ਵੀ ਓਨਾ ਹੀ ਜ਼ਰੂਰੀ ਹੋਇਆ ਪਿਆ ਹੈ, ਸੋ ਵੈਕਸੀਨੇਸ਼ਨ ਲਈ ਵੀ ਕੁਝ ਕਰੋਗੇ ਜਾਂ ਹੋਰ ਜੋ ਵੀ ਪਲਾਨ ਨੇ ਉਹ ਦੱਸੋ। ਐਕਚੁਅਲੀ ਪਤਾ ਕਿ ਜੀ ਵੈਕਸੀਨੇਸ਼ਨ ਦਾ ਕੰਟਰੋਲ ਹੈਗਾ ਸਰਕਾਰ ਦੇ ਹੱਥ 'ਚ, ਸਮਝੇ? ਤੇ ਜਿੱਥੇ ਵੀ ਜ਼ਰੂਰਤ ਸੀਗੀ ਮੈਂ ਐਸਐਮਓ ਨੂੰ, ਸਿਵਲ ਸਰਜਨ ਨੂੰ, ਡਾਇਰੈਕਟਰ ਨੂੰ ਬੜੇ ਫੋਨ ਕਰੇ, ਬੜੇ ਮੈਸੇਜ ਕਰੇ, ਈਵਨ ਪ੍ਰਿੰਸੀਪਲ ਸੈਕਟਰੀ ਨੂੰ ਵੀ ਕਰੇ, ਡੀਸੀ ਸਾਹਿਬ ਨੂੰ। ਡੀਸੀ ਸਾਹਿਬ ਤਾਂ ਫੋਨ ਚੱਕ ਕੇ ਹੀ ਰਾਜੀ ਨਹੀਂ ਹੈਗੇ। ਮਤਲਬ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਅਕਾਲੀ ਦਲ ਹੈਗਾ ਤਾਂ ਇਹ ਪਾਕਿਸਤਾਨੀ ਆ। ਅਸੀਂ ਸਰਕਾਰ ਦੀ ਹੈਲਪ ਕਰਨ ਵਾਸਤੇ ਆ, ਤੇ ਸਰਕਾਰ ਤੇ ਐਡਾ ਪ੍ਰੈਸ਼ਰ ਇਹਨਾਂ ਦੇ ਮਿਨਿਸਟਰਾਂ ਨੇ, ਹਲਕਾ ਇੰਚਾਰਜਾਂ ਨੇ ਬਣਾਇਆ ਵਾ ਵੀ ਜੇ ਕੋਈ ਲੋਕਾਂ ਨੂੰ ਬਚਾਉਣ ਵਾਸਤੇ ਅੱਗੇ ਆਂਦਾ ਉਹਦੀ ਮਦਦ ਨਾ ਕਰੋ, ਉਹਦੀਆਂ ਲੱਤਾਂ ਖਿੱਚੋ। ਇਹ ਹਾਲਤ ਆ ਸਰਕਾਰ ਦੀ। ਅਸੀਂ ਜੋ ਸਾਡੇ ਤੋਂ ਹੋ ਸਕਦਾ ਹੈਗਾ, ਅਸੀਂ ਡਾਕਟਰ ਰੱਖਤੇ, ਨਰਸੇ ਰੱਖਦੀ, ਦਵਾਈਆਂ ਦੇ ਦੀ, ਐਂਬੂਲੈਂਸਾਂ ਦੀ ਸੇਵਾ ਹੈਗੀ ਆ, ਪਿੰਡਾਂ 'ਚ ਜਾ ਕੇ ਲੋਕਾਂ ਨੂੰ ਗਾਈਡ ਕਰਨ ਵਾਸਤੇ ਤਿਆਰ ਆ। ਮੈਂ ਇਕੱਲੇ ਪਿੰਡ 'ਚ ਪੋਸਟਰ ਲਵਾਏ, ਥੱਲੇ ਆਪਣਾ ਨੰਬਰ ਲਿਖਿਆ ਵੀ ਆਹ ਇੱਥੇ ਫ੍ਰੀ ਆਈਸੋਲੇਸ਼ਨ ਸੈਂਟਰ ਆ, ਇੱਥੇ ਆਹ ਇਲਾਜ ਹੁੰਦਾ, ਇਹ ਦਵਾਈਆਂ, ਇਹ ਇਸ ਤਰ੍ਹਾਂ ਹੈਗਾ, ਤੁਸੀਂ ਇਸ ਨੰਬਰ ਤੇ ਕਾਲ ਕਰੋ, ਸਾਡੀ ਐਂਬੂਲੈਂਸ ਆਊਗੀ, ਘਰ ਤੋਂ ਲੈ ਕੇ ਤੁਹਾਨੂੰ ਹਸਪੀਟਲ ਤੱਕ ਜਾਊਗੀ। ਅਸੀਂ ਇਸ ਲੈਵਲ ਤੱਕ ਜਾ ਕੇ ਸੇਵਾ ਕਰ ਰਹੇ ਹਾਂ। ਤੁਸੀਂ ਕਦੇ ਪੁੱਛ ਲਿਓ ਸਰਕਾਰ ਨੇ ਕੋਈ ਕਰਿਆ ਹੋਵੇ? ਮੈਂ ਤੁਹਾਨੂੰ ਲਿਸਟ ਦੇ ਦੇਵਾਂਗਾ, ਤੁਸੀਂ ਇਹੀ ਚੈੱਕ ਕਰ ਲਿਓ ਵੀ ਜੇ 50 ਮਰੀਜ਼ਾਂ ਨੂੰ ਕਰੋਨਾ ਹੋਇਆ ਤੇ ਕਿੱਟਾਂ ਕਿੰਨਿਆਂ ਨੂੰ ਦੇਈ ਸਰਕਾਰ ਨੇ? 5 ਤੋਂ ਵੱਧ ਨਹੀਂ ਮਿਲੀਆਂ ਹੈਗੀ। ਉਹ ਵੀ ਵੇਚ ਰਹੇ ਆ, ਬੜਾ ਵੱਡਾ ਉਹਦੇ 'ਚ ਖੁਲਾਸਾ ਕਰਾਂਗੇ ਸਬੂਤਾਂ ਸਮੇਤ ਤੁਹਾਡੇ ਨਾਲ। ਇਹ ਹਾਲ ਹੋਇਆ ਪਿਆ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਐਨਕੇ ਸ਼ਰਮਾ ਜੀ ਨਾਲ ਗੱਲਬਾਤ ਕਰ ਰਹੇ ਸੀਗੇ, ਜਿਨ੍ਹਾਂ ਵੱਲੋਂ ਫ੍ਰੀ ਕੋਵਿਡ ਕੇਅਰ ਸੈਂਟਰ ਚਲਾਇਆ ਜਾ ਰਿਹਾ। ਸੋ ਸਰਕਾਰ ਤੇ ਵੀ, ਪ੍ਰਸ਼ਾਸਨ ਤੇ ਵੀ ਲਾਹਨਤਾਂ ਪਾਈਆਂ ਨੇ ਕਿ ਇੰਨਾ ਸਮਾਂ ਮਿਲਿਆ ਸੀ, ਫਿਰ ਵੀ ਜਿਹੜਾ ਹੈਗਾ ਹੈਲਥ ਇਨਫਰਾਸਟ੍ਰਕਚਰ ਆ ਜਿਹੜਾ ਉਹ ਬਿਲਡ ਕਰਨ ਦੇ ਵਿੱਚ ਨਾਕਾਮ ਰਹੇ ਨੇ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਸ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।